बड़े बड़े चंगे बंदे ने। ठीक है जी बहुते, लेकिन ਜਿਹੜੇ ਇੱਧਰ ਨੇ ਜ਼ਿਆਦਾ ਪਾਣੀ ਪਾਉਂਦੇ ਨੇ। ਅੱਛਾ ਜੀ ਤੇ ਪਾਣੀ ਦਾ ਕੀ ਨੁਕਸਾਨ ਹੈ? ਕਹਿੰਦੇ ਨੇ ਕਿ ਬਰਕਤ ਨਹੀਂ ਰਹਿੰਦੀ, ਜਾ ਵੀ ਮਰਦੇ ਨੇ ਤੇ ਫਿਰ ਕਿਉਂ ਪਾਣੀ ਪਾਉਂਦੇ? ਨਿਕਲ ਜਾਂਦਾ ਭਾਈ, ਕੋਈ ਨਾ ਕੋਈ ਜਾਨਵਰ ਨੁਕਸਾਨ ਹੋਇਆ ਹੀ ਰਹਿੰਦਾ। ਤੁਸੀਂ ਅਸਲ ਤੇ ਯੰਗ ਮੈਨ ਔਰ ਤੁਸੀਂ ਸੱਚੀਆਂ ਗੱਲਾਂ ਕਰਦੇ ਹੋਵੇ ਔਰ ਸਾਡੇ ਨਾਜ਼ਰੀਨ ਤੁਹਾਡੀਆਂ ਗੱਲਾਂ ਵੀ ਪਸੰਦ ਆਣਗੀਆਂ ਜੀ। ਅਸਲ ਭਾਈ ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਇਸ ਟਾਈਮ ਟੋਟਲ ਕਿੰਨੇ ਜਾਨਵਰ ਨੇ ਡੇਰੇ ਤੇ, ਛੋਟੇ ਵੱਡੇ ਸਾਰੇ? ਤਕਰੀਬਨ 20 ਕੀ ਹੋਣੇ ਨੇ। 20-21 ਜਾਨਵਰਾਂ ਤੋਂ ਕਿੰਨਾ ਦੁੱਧ ਮਿਲ ਰਿਹਾ? ਤਕਰੀਬਨ 20 ਜਿਹੜੇ ਦੁੱਧ ਦੇਣ ਵਾਲੇ ਜਾਨਵਰ ਨੇ ਉਹ ਸਾਡੇ ਕੋਲ ਇਸ ਟਾਈਮ 10 ਨੇ। ਠੀਕ ਸਿਰਫ ਹੈ। 10 ਤੋਂ ਕਿੰਨਾ ਮਿਲ ਰਿਹਾ? 10 ਤੋਂ ਸਾਨੂੰ ਤਕਰੀਬਨ 82 ਕਿਲੋ 83 ਕਿਲੋ ਦੁੱਧ ਮਿਲ ਰਿਹਾ। ਔਰ ਉਹ ਕਿੰਨੇ ਰੁਪਏ ਜਾਂਦਾ ਪਿਆ? 100 ਰੁਪਏ। 100 ਰੁਪਏ ਜਾਂਦਾ ਪਿਆ। ਤੇ ਤੁਸੀਂ ਇਹ ਦੱਸੋ ਕਿ ਮੈਨੇਜ ਕਿੰਨੇ ਬੰਦੇ ਕਰਦੇ ਨੇ ਪਏ ਡੰਗਰਾਂ ਨੂੰ? ਤਕਰੀਬਨ ਜਿਹੜੇ 24 ਘੰਟੇ ਡੇਰੇ ਤੇ ਹੁੰਦੇ ਉਹ 2 ਬੰਦੇ ਆ ਅਸੀਂ, ਹੁਣ ਤਕਰੀਬਨ ਅਸੀਂ ਮਾਸ਼ਾਅੱਲਾ 5-6 ਜਣੇ ਆ ਜਿਹੜੇ। ਬਾਕੀ ਲੋਕਾਂ ਦਾ ਕੀ ਕੰਮ ਹੈ? ਬਾਕੀ ਭਾਈ 2 ਭਾਈ ਦੁੱਧ ਲੈ ਕੇ ਜਾਂਦੇ ਨੇ ਸ਼ਹਿਰ ਸਪਲਾਈ ਜੀ, 2 ਇੰਪੋਰਟ ਐਕਸਪੋਰਟ ਦਾ ਕਰਦੇ ਨੇ ਜੀ। ਤੇ ਸਾਡੀ ਆਪਣੀ ਖਲ ਵੰਡੀ ਦੁਕਾਨ ਹੈ ਬਾਜ਼ਾਰ 'ਚ। ਠੀਕ ਹੈ। ਚਪਰਾੜ ਤੇ ਬਾਕੀ ਮੈਂ ਤੇ ਅੱਬੂ ਇੱਥੇ ਹੁੰਦੇ। ਸਹੀ ਹੈ। ਜਿਹੜਾ ਦੁੱਧ ਤੁਸੀਂ ਸ਼ਹਿਰ ਖੜਦੇ ਤੁਹਾਡਾ 82 ਹੁੰਦਾ 100 ਕਿਲੋ ਦੁੱਧ ਦੇ ਤਕਰੀਬਨ 2 ਮਣ ਦੇ ਕਰੀਬ ਜੀ। ਤੇ ਜਿਹੜਾ ਸ਼ਹਿਰ ਤੁਸੀਂ ਖੜਦੇ ਹੋ ਕਿੰਨਾ ਖੜਦੇ ਹੋ? ਸ਼ਹਿਰ ਅਸੀਂ 8 ਮਣ ਦੁੱਧ ਖੜਨੇ। 8 ਮਣ ਦੁੱਧ ਖੜਦੇ ਹੋ? ਉਹ ਫਿਰ ਮੁxtਲਿਫ ਜਗ੍ਹਾ ਤੋਂ? ਜੀ ਜੀ ਇੱਥੇ ਡੇਰੇ ਨੇ 3-4 ਮਾਸ਼ਾਅੱਲਾ ਉੱਥੋਂ ਲਾਈਏ ਦੇ ਦੁੱਧ। ਬਾਕੀ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ? ਤਕਰੀਬਨ 30-35 ਸਾਲ ਤੋਂ ਕਰ ਰਹੇ। ਔਰ ਜਿਹੜੇ ਜਾਨਵਰ ਤੁਸੀਂ ਰੱਖੇ ਨੇ ਕਿੰਨੇ ਸਾਲਾਂ ਤੋਂ? ਇਹ ਸਾਨੂੰ ਤਕਰੀਬਨ 3 ਸਾਲ ਹੋ ਗਏ ਨੇ। 3 ਸਾਲ ਹੋ ਗਏ ਨੇ ਜੀ। ਤੇ ਇਹ ਜਿਹੜਾ ਤੁਸੀਂ ਜਾਨਵਰ ਰੱਖੇ ਨੇ ਤੁਹਾਡੇ ਕੋਲ ਆਪਣੀ ਪਹਿਲੀ ਕੋਈ ਚਾਰੇ ਦਾ ਸਿਸਟਮ ਹੈ? ਕੋਈ ਜ਼ਮੀਨ ਨਹੀਂ ਸਾਡੀ, ਅਸੀਂ ਹਰ ਚੀਜ਼ ਮੁੱਲ ਦੀ ਪਾਉਂਦੇ ਆ, ਪੱਠੇ ਤੋਂ ਲੈ ਕੇ ਤੂੜੀ ਤੱਕ ਸਾਨੂੰ ਸਾਰਾ ਕੁਝ ਮੁੱਲ ਦਾ ਪਾ ਕੇ, ਪੱਠੇ ਵੀ ਤੂੜੀ ਹਰ ਚੀਜ਼। ਉਹਦੇ ਬਾਵਜੂਦ ਕਿੰਨੀ ਬਚਤ ਹੈ? ਉਹਦੇ ਬਾਵਜੂਦ ਸਾਨੂੰ ਸਵੇਰੇ ਤੋਂ ਸਾਰੇ ਪੈਸੇ ਬਚ ਜਾਂਦੇ ਨੇ। ਯਾਨੀ ਕਿ ਇੱਕ ਬਚਤ ਤੁਹਾਨੂੰ ਹੈ ਤੇ ਇੱਕ ਜਿਹੜੀ ਤੁਸੀਂ ਡੰਗਰਾਂ ਤੇ ਲਾ ਛੱਡਦੇ? ਉਹ ਅਸੀਂ ਤਕਰੀਬਨ ਸਾਰੇ ਡੰਗਰਾਂ ਤੇ ਲਾ ਛੱਡਨੇ। ਸ਼ਾਮ ਦੇ ਦੁੱਧ ਦੇ ਪੈਸੇ ਜਿੰਨੇ ਵੀ ਹੋਣ, 4000 ਹੋਈਏ 5000 ਹੋਈਏ, ਸਾਰਾ ਅਸੀਂ ਡੰਗਰਾਂ ਤੇ ਲਾਉਣਾ। ਕਿੰਨੇ ਡੰਗਰਾਂ ਤੋਂ ਸ਼ੁਰੂ ਕੀਤਾ ਸੀ? ਅਸੀਂ ਇੱਕ ਡੰਗਰ ਤੋਂ, ਇੱਕ ਮੱਝ ਤੋਂ ਸ਼ੁਰੂ ਕੀਤਾ ਇਹ ਕੰਮ। ਮਾਸ਼ਾਅੱਲਾ। ਔਰ ਮਾਸ਼ਾਅੱਲਾ ਮੱਝਾਂ ਬਣਾਈਆਂ ਨੇ ਅਸੀਂ, ਕੋਈ ਪੈਸਾ ਅਸੀਂ ਬਾਹਰੋਂ ਕਿਸੇ ਕੋਲ ਨਹੀਂ ਲਿਆ। ਠੀਕ ਹੈ। ਇਨਵੈਸਟ ਵੀ ਨਹੀਂ ਕੀਤਾ? ਕੋਈ ਇਨਵੈਸਟਮੈਂਟ, ਮੱਝਾਂ ਜੋ ਕਮਾਏ ਨੇ ਤੇ ਮੱਝਾਂ ਦੇ ਲਾਏ ਨੇ। अस्सलाम वालेकुम। वालेकुम सलाम। भाईजान की हाल है ਤੁਹਾਡਾ? ਕਰਮ ਅੱਲਾ ਪਾਕ ਦਾ। ਕੀ ਨਾਮ ਹੈ ਮੇਰੇ ਵੀਰ ਦਾ? ਯਾਸਰ ਅਲੀ। ਯਾਸਰ ਭਾਈ ਇਹ ਕਿਹੜਾ ਪਿੰਡ ਜੇ, ਕਿਹੜੀ ਜਗ੍ਹਾ ਹੈ? ਇਹ ਇਲਾਕਾ ਚਪਰਾੜ ਤੇ ਪਿੰਡ ਨਡਾਲਾ। ਨਡਾਲਾ ਪਿੰਡ ਔਰ ਚਪੜਾਰ ਦੇ ਇਲਾਕੇ 'ਚ ਅਸੀਂ ਬੈਠੇ ਹਾਂ ਜੀ। ਯਾਸਰ ਭਾਈ ਤੁਹਾਡੇ ਕੋਲ ਮਾਸ਼ਾਅੱਲਾ ਜਾਨਵਰ ਨੇ ਔਰ ਵੀ ਤੁਸੀਂ ਸ਼ੌਕ ਰੱਖੇ ਨੇ। ਸਭ ਤੋਂ ਪਹਿਲੇ ਡੰਗਰਾਂ ਦੀ ਗੱਲ ਕਰਾਂਗੇ। ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਨੇ? ਸਾਡੇ ਕੋਲ ਇਸ ਟਾਈਮ 12 ਮਈਆਂ ਨੇ ਤੇ 2 ਗਾਈਆਂ ਨੇ। 12 ਮਈਆਂ ਨੇ ਜੀ, 2 ਗਾਈਆਂ ਨੇ। ਜੀ। ਕਿੰਨੇ ਬੰਦੇ ਸੰਭਾਲ ਰਹੇ ਹੋ? ਐਨ ਤਕਰੀਬਨ ਅਸੀਂ 2 ਬੰਦੇ ਸਾਹਮਣੇ। 2 ਬੰਦੇ ਸਾਂਭਦੇ ਹੋ? ਤੁਸੀਂ ਤੇ ਨਾਲ ਕੌਣ? ਵਾਲਦ ਸਾਹਿਬ। ਵਾਲਦ ਸਾਹਿਬ ਨੇ। ਕਿੰਨੀ ਦੇਰ ਤੋਂ ਕੰਮ ਕਰਦੇ ਹੋ? ਤਕਰੀਬਨ 3 ਸਾਲ ਤੋਂ। 3 ਸਾਲ ਹੋ ਗਏ ਨੇ ਜੀ। 3 ਸਾਲ ਤੋਂ ਪਹਿਲੇ ਵਾਲਦ ਸਾਹਿਬ ਨੇ ਸ਼ੁਰੂ ਕੀਤਾ ਜਾਂ ਕੁਝ ਹੋਰ ਵੀ ਕਰਦੇ ਹਨ? ਇਸ ਤੋਂ ਪਹਿਲੇ ਅਸੀਂ ਨਹੀਂ, ਕੁਝ ਵੀ ਨਹੀਂ ਹੈ। ਅਸੀਂ ਦੁੱਧ ਦਾ ਕਾਰੋਬਾਰ ਹੀ ਸਾਡਾ ਹੁਣ ਸ਼ੁਰੂ ਕੀਤਾ, ਕੋਈ 3 ਸਾਲ ਹੀ ਹੋ ਗਏ। ਦੁੱਧ ਦਾ ਕਾਰੋਬਾਰ ਤੇ ਜਾਨਵਰਾਂ ਦਾ ਕਾਰੋਬਾਰ ਕੀ ਫਰਕ ਹੈ? ਦੁੱਧ ਦਾ ਜਿਹੜਾ ਸੀ ਉਹ ਅਸੀਂ ਲੋਕਾਂ ਕੋਲੋਂ ਇਕੱਠਾ ਕਰਕੇ ਤੇ ਸ਼ਹਿਰ ਖੜਨੇ। ਇਹਦੀ ਪਹਿਲੇ ਤੁਹਾਡਾ ਗਵਾਲਾ ਦਾ ਕੰਮ ਸੀ, ਗਵਾਲੀ ਸੋ। ਜੀ। ਹੁਣ ਤੁਸੀਂ ਨਾਲ ਫਾਰਮਰ ਵੀ ਬਣ ਗਏ? ਜੀ। ਠੀਕ ਹੋ ਗਿਆ। ਤੇ ਕੀ ਸੋਚਿਆ ਔਰ 3 ਸਾਲ ਪਹਿਲੇ ਕੀ ਜ਼ਿਹਨ 'ਚ ਗੱਲ ਆਈ ਕਿ ਇਹ ਕੰਮ ਨਾਲ ਕਰਨਾ ਚਾਹੀਦਾ? ਇਹ ਕੰਮ ਤਾਂ ਸ਼ੁਰੂ ਕੀਤਾ ਸੀ ਕਿ ਇੱਕ ਤੇ ਸਵੇਰ ਸ਼ਾਮ ਦੁੱਧ ਨਗਦ ਜਾਣਾ। ਠੀਕ ਹੈ। ਸਵੇਰੇ ਵੀ ਨਗਦ ਜਾਣਾ, ਸ਼ਾਮੀ ਵੀ ਨਗਦ ਜਾਣਾ, ਦੋਨੋਂ ਟਾਈਮਿੰਗ ਕਮਾਣੀ ਯਾਰੀ। ਦੋਵੇਂ ਟਾਈਮ ਪਤਾ ਲੱਗਣਾ ਕਿੰਨਾ ਫਾਇਦਾ ਹੋ ਰਿਹਾ, ਕਿੰਨਾ ਨੁਕਸਾਨ ਹੋ ਰਿਹਾ। ਅੱਛਾ। ਤੇ ਖਾਲੀ ਦੁੱਧ ਦਾ ਕੰਮ ਹੀ ਜਿਹੜਾ ਉਹ ਤਕਰੀਬਨ 30-35 ਸਾਲ ਤੋਂ ਅਸੀਂ ਕੀਤਾ ਤਕਰੀਬਨ। ਦੁੱਧ ਦਾ ਜਿਹੜਾ ਕੰਮ ਗਵਾਲੀ ਦਾ। ਅੱਛਾ। ਫਿਰ ਵਾਲਾ ਸਾਹਿਬ ਰਿਟਾਇਰ ਲੈ ਲਿਆ ਇਸ ਕੰਮ ਤੋਂ, ਭਾਈ ਜੀ ਆ ਗਏ ਨੇ ਇਸ ਕੰਮ ਤੇ। ਅੱਛਾ। ਫਿਰ ਆਹੀ ਸ਼ੁਰੂ ਕਰ ਲਏ ਡੰਗਰਾਂ ਦੇ। ਯਾਨੀ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਬਾਹਰੋਂ ਦੁੱਧ ਨਹੀਂ ਸੀ ਸਹੀ ਮਿਲਦਾ ਇਸ ਵਾਸਤੇ? ਬਾਹਰੋਂ ਦੁੱਧ ਨਹੀਂ ਸਹੀ ਮਿਲਦਾ। ਜਿਹੜਾ ਬਾਹਰੋਂ ਦੁੱਧ ਲੈਂਦੇ ਹਨ ਲੋਕੀ ਪਾਣੀ ਪਾਉਂਦੇ ਹਨ। ਅਸੀਂ ਉਹਨਾਂ ਨੂੰ ਬਿਹਤਰ ਸਮਝਿਆ ਕਿ ਅਸੀਂ ਆਪਣੇ ਡੰਗਰ ਰੱਖ ਲਈਏ ਤਾਂ ਕਿ ਲੋਕਾਂ ਨੂੰ ਜਿਹੜਾ ਅਸੀਂ ਸ਼ਹਿਰ ਦੁੱਧ ਦਿੰਦੇ ਹਾਂ ਘਰਾਂ 'ਚ ਉਹ ਅੱਛਾ ਦੇਈਏ, ਲੋਕਾਂ ਨੂੰ ਅੱਛੀ ਚੀਜ਼ਾਂ ਪ੍ਰੋਵਾਈਡ ਕਰੀਏ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਇਹ ਦੱਸੋ ਤੁਹਾਡੇ ਜਾਨਵਰ ਵੀ ਨੇ ਕੁਛ ਹੈ ਛੋਟੇ ਜਾ ਵੀ ਨਜ਼ਰ ਆ ਰਹੇ ਨੇ ਸਾਨੂੰ ਕੈਮਰੇ ਵਿੱਚ? ਜੀ। ਤੇ ਟੋਟਲ ਤੁਹਾਡੇ ਜਾ ਨੇ ਜਾਂ ਤੁਹਾਡੇ ਉਹ ਤੁਹਾਡੀ ਬੈਕ ਸਾਈਡ ਤੇ ਜਾਨਵਰ ਨਜ਼ਰ ਆ ਰਹੇ ਨੇ? ਹਾਂਜੀ। ਟੋਟਲ ਕਿੰਨੀ ਤਾਦਾਦ ਬਣ ਜਾਂਦੀ ਹੈ ਇਹਨਾਂ ਦੀ? ਟੋਟਲ 21-22 ਹੈ। 21-22 ਨੇ? ਹਾਂਜੀ। ਤੁਸੀਂ ਦੁੱਧ ਜਿਹੜਾ ਸ਼ਹਿਰ ਜਾ ਕੇ ਸੇਲ ਕਰਦੇ ਹੋ ਇੱਥੋਂ ਕਿੰਨੀ ਦੂਰ ਹੈ ਸ਼ਹਿਰ? ਸ਼ਹਿਰ ਇੱਥੋਂ ਹੈ 21 ਕਿਲੋਮੀਟਰ 22 ਕਿਲੋਮੀਟਰ। ਤੁਸੀਂ ਜਿਹੜਾ ਜਾਂਦੇ ਹੋ ਉਹਦੇ 'ਚ ਕਿੰਨੇ ਮਣ ਦੁੱਧ ਲੈ ਕੇ ਜਾਂਦੇ ਹੋ ਡੇਲੀ ਬੇਸ ਤੇ? ਡੇਲੀ ਮੇਰੇ ਤੇ 8 ਮਣ। 8 ਮਣ ਲੈ ਕੇ ਜਾਂਦੇ? 8 ਮਣ ਜਿਹੜਾ ਦੁੱਧ ਹੁੰਦਾ ਹੈ ਉਹ ਤੁਹਾਡੇ ਐਨੇ ਡੰਗਰਾਂ ਤੋਂ ਨਹੀਂ ਹੁੰਦਾ? ਸਾਡੇ ਐਨੇ ਦੇ ਅਸੀਂ ਬਾਹਰੋਂ ਵੀ ਨਾਲ ਲੈਂਦੇ ਹਾਂ ਦੁੱਧ ਥੋੜਾ। ਤੇ ਫਿਰ ਤੇ ਗੱਲ ਤਾਂ ਉੱਥੇ ਆਈ ਨਾ ਕਿ ਤੁਸੀਂ ਬਾਹਰੋਂ ਵੀ ਲੈਂਦੇ ਹੋ ਔਰ ਆਪਣਾ ਵੀ ਨਾਲ? ਜਦੋਂ ਆਪਣਾ ਵਿੱਚ ਥੋੜਾ ਸ਼ਾਮਲ ਹੋ ਜਾਂਦਾ ਨਾ ਤੇ ਉਹ ਵੀ ਠੀਕ ਹੋ ਜਾਂਦਾ ਜਿਹੜਾ ਕੋਈ ਪਾਣੀ ਵਾਲਾ ਹੁੰਦਾ ਨਾ। ਅੱਛਾ। ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪਿਓਰਿਟੀ ਨਹੀਂ ਹੈ? ਪਿਓਰਿਟੀ ਨਹੀਂ।
ਠੀਕ ਹੋ ਪਿਓਰਿਟੀ ਜਿਹੜੇ ਲੋਕਾਂ ਕੋਲ ਲੈਂਦੇ ਉਹ ਪਿਓਰਿਟੀ ਨਹੀਂ ਹੈ, ਜਾਂ ਲੋਕਾਂ ਕੋਲ ਬਾਹਰ ਦੁੱਧ ਲੈਂਦੇ ਅਸੀਂ ਡੇਰਿਆਂ ਸਹੀ ਤੋਂ। ਹੈ। ਚੰਦ ਕੋਈ ਇੱਕ ਦੋ ਡੇਰਾ ਹੈਗਾ ਜਿੱਥੋਂ ਦੁੱਧ ਸਹੀ ਮਿਲੇਗਾ। ਅੱਛਾ, ਦੁੱਧ ਦੀ ਡਿਮਾਂਡ ਦੀ ਗੱਲ ਕਰ ਲੈਂਦੇ ਆ। ਤੁਸੀਂ ਤੇ ਸ਼ਹਿਰ ਜਾ ਕੇ ਸ਼ਹਿਰ ਲਵਾਈਆਂ ਕੋਲ ਜਾਂ ਉੱਥੇ ਨਹੀਂ, ਘਰਾਂ ਤੇ ਲਵਾਇਆ? ਅਸੀਂ ਸਪਲਾਈ ਦਿੰਦੇ ਹਾਂ ਘਰਾਂ 'ਚ। ਠੀਕ ਹੋ ਗਿਆ। ਜਿਹੜੇ ਲੋਕ ਸ਼ਹਿਰ ਦੁੱਧ ਤੁਹਾਡੇ ਕੋਲ ਲੈਂਦੇ ਨੇ ਉਹ ਕਿਸ ਰੇਟ ਤੇ ਲੈਂਦੇ ਨੇ? ਇੱਥੋਂ ਤੁਸੀਂ ਕਿਸ ਰੇਟ ਤੇ ਚੁੱਕਦੇ ਹੋ? ਇੱਥੋਂ ਅਸੀਂ 100 ਰੁਪਿਆ ਰੇਟ ਤੇ ਸ਼ਹਿਰ 130। ਠੀਕ ਹੈ, ਯਾਨੀ ਤੁਸੀਂ ਜਿਹੜੀ ਤੁਹਾਡਾ ਆਉਣ ਜਾਣ ਦਾ ਵੇ ਖਰਚ ਹਾਂਜੀ। ਉਹ ਤੁਸੀਂ ਉਹਦੇ ਮੱਧ ਵਿੱਚ 30 ਰੁਪਏ ਨਾਲ ਲੈਂਦੇ ਹੋ ਜੀ। ਤੇ ਜ਼ਿਆਦਾ ਮਜ਼ਾ ਫਿਰ ਆਪਣੇ ਦੁੱਧ ਵਿੱਚ ਆਇਆ ਜਿਹੜਾ ਆਪੀ ਚੋ ਕੇ ਆਪਣੇ ਹੱਥਾਂ ਨਾਲ? ਆਪਣੇ ਹੱਥਾਂ ਨਾਲ ਜਿਹੜਾ ਦੇਣਾ ਉਹਦੀ ਕਿਆ ਬਾਤ। ਲੇਕਿਨ ਯਾਸਰ ਭਾਈ ਸਾਰੇ ਫਾਰਮਰ ਤਾਂ ਨਹੀਂ ਭੈੜੇ ਹੁੰਦੇ, ਕੋਈ ਚੰਗੇ ਵੀ ਹੋਣਗੇ? ਬੜੇ ਬੜੇ ਚੰਗੇ ਬੰਦੇ ਨੇ ਵਿੱਚ। ਠੀਕ ਹੈ ਜੀ, ਬਹੁਤੇ ਲੇਕਿਨ ਜਿਹੜੇ ਇੱਧਰ ਨੇ ਜ਼ਿਆਦਾ ਪਾਣੀ ਪਾਉਂਦੇ ਨੇ। ਅੱਛਾ ਜੀ। ਤੇ ਪਾਣੀ ਦਾ ਕੀ ਨੁਕਸਾਨ ਹੈ? ਕਹਿੰਦੇ ਨੇ ਕਿ ਬਰਕਤ ਨਹੀਂ ਰਹਿੰਦੀ, ਜਾ ਵੀ ਮਰਦੇ ਨੇ ਮਰਦੇ ਨੇ, ਤੇ ਫਿਰ ਨਿਕਲ ਕਿਉਂ ਪਾਣੀ ਜਾਂਦਾ ਪਾਉਂਦੇ? ਨਿਕਲ ਜਾਂਦਾ ਭਾਈ, ਕੋਈ ਨਾ ਕੋਈ ਜਾਨਵਰ ਨੁਕਸਾਨ ਹੋਇਆ ਹੀ ਰਹਿੰਦਾ। ਤੁਸੀਂ ਅਸਲ ਤੇ ਯੰਗ ਮੈਨ ਔਰ ਤੁਸੀਂ ਸੱਚੀਆਂ ਗੱਲਾਂ ਕਰਦੇ ਹੋਵੇ ਔਰ ਸਾਡੇ ਨਾਜ਼ਰੀਨ ਤੁਹਾਡੀਆਂ ਗੱਲਾਂ ਵੀ ਪਸੰਦ ਆਣਗੀਆਂ। ਤੇ ਤੁਸੀਂ ਜਿਹੜਾ ਅੱਗੋਂ ਦੁੱਧ ਦਿੰਦੇ ਹੋ ਤੁਸੀਂ ਤੇ ਨਹੀਂ ਉਹ 'ਚ ਪਾਣੀ ਪਾਉਂਦੇ? ਨਹੀਂ, ਅਸੀਂ ਨਹੀਂ ਪਾਉਂਦੇ। ਅਗਰ ਅਸੀਂ ਪਾਣੀ ਪਾਣਾ ਤੇ ਆਪਣਾ ਕੰਮ ਕਿਉਂ ਸ਼ੁਰੂ ਕਰਨਾ ਹੈ? ਜ਼ਬਰਦਸਤ, ਬਹੁਤ ਅੱਛਾ ਜਵਾਬ ਦਿੱਤਾ ਹੈ ਕਿ ਅਗਰ ਪਾਣੀ ਹੀ ਪਾਣਾ ਹੁੰਦਾ ਤੇ ਇੰਨੀਆਂ ਮੱਝਾਂ ਰੱਖਣ ਨਾਲੋਂ ਪਾਣੀ ਪਾ ਕੇ ਵੀ ਇੰਨਾ ਦੁੱਧ ਹੋ ਸਕਦਾ ਸੀ। ਅਸੀਂ ਇਨਸ਼ਾਅੱਲਾ ਮਜ਼ੀਦ 2-3 ਸਾਲਾਂ ਦੇ ਵਿੱਚ ਮਜ਼ੀਦ ਇਸ ਕੰਮ ਨੂੰ ਵਧਾ ਲੈਣਾ। ਸਾਡੀ ਕੋਸ਼ਿਸ਼ ਇਹ ਹੈਗੀ ਕਿ ਅਸੀਂ ਆਪਣਾ ਦੁੱਧ ਹੀ ਸਾਰਾ ਖੜੀਏ ਸ਼ਹਿਰ। 8 ਮਣ ਹੋਏ, 10 ਮਣ ਹੋਏ, 12 ਮਣ ਹੋਏ, ਸਾਰਾ ਸਾਡੇ ਆਪਣੇ ਡੇਰੇ ਤੋਂ ਜਾਏ। ਠੀਕ ਹੈ। ਅੱਛਾ, ਹੁਣ ਇਹ ਦੱਸੋ ਕਿ ਜਿਹੜੇ ਤੁਸੀਂ ਜਾਨਵਰ ਰੱਖੇ ਨੇ ਜੀ, ਜਾਨਵਰ ਰੱਖ ਕੇ ਇੱਥੇ ਲੋਕਲ ਦੁੱਧ ਵੇਚਣ ਵਿੱਚ ਜ਼ਿਆਦਾ ਫਾਇਦਾ ਹੈ ਜਾਂ ਸ਼ਹਿਰ ਜਾ ਕੇ ਦੁੱਧ ਦੇਣ 'ਚ ਜ਼ਿਆਦਾ ਫਾਇਦਾ? ਸ਼ਹਿਰ ਜ਼ਿਆਦਾ ਮਜ਼ਾ। ਅੱਛਾ, ਕੀ ਮਜ਼ਾ ਹੈ ਦੱਸੋ ਨਾ। ਸ਼ਹਿਰ ਜ਼ਿਆਦਾ ਮਜ਼ਾ। ਸ਼ਹਿਰ ਇਹ ਫਾਇਦਾ ਹੈ, ਅਗਰ ਅਸੀਂ ਆਪਣਾ ਇਕੱਠਾ ਦੁੱਧ ਵੀ ਅਗਰ ਲੁਹਾਈ ਨੂੰ ਵੀ ਦਿੰਨੇ ਆ ਤੇ ਉੱਥੋਂ ਅਸੀਂ ਅਗਰ ਸਾਨੂੰ ਐਡਵਾਂਸ ਪੈਸੇ ਦੀ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਸਾਨੂੰ ਦੇਗਾ। ਠੀਕ ਹੈ। ਇੱਥੇ ਅਗਰ ਅਸੀਂ ਲੋਕਲ ਦੁੱਧ ਦਿੰਨੇ ਤਾਂ ਸਾਨੂੰ ਉਹੀ 10-20 ਰੁਪਏ ਬਚਣੇ ਜਿਹੜੇ ਬਚਣੇ ਨੇ ਭਾਈ। ਅਗਰ ਸਾਨੂੰ ਕੋਈ ਕਿਸੇ ਟਾਈਮ ਜ਼ਰੂਰਤ ਪੈ ਵੀ ਸਕਦੀ, ਪੈਸੇ ਨਹੀਂ, ਤਾਂ ਇਹਨਾਂ ਕੋਲੋਂ ਜੇ ਲੋਕਲ ਦੁੱਧ ਦੇਣਾ ਇੱਥੋਂ ਕੁਛ ਨਹੀਂ ਮਿਲੇਗਾ। ਅੱਛਾ, ਤੁਸੀਂ ਕਿੰਨੇ ਸਾਲ ਦੱਸੇ ਨੇ ਕੰਮ ਸ਼ੁਰੂ ਕੀਤਾ? ਕੰਮ ਅਸੀਂ ਤਕਰੀਬਨ 3 ਸਾਲ ਪਹਿਲੇ ਸ਼ੁਰੂ ਕੀਤਾ ਸੀ ਤੇ ਫਿਰ ਛੱਡ ਛੜਿਆ ਸੀ ਅਸੀਂ ਵਿੱਚ। ਅੱਛਾ, ਫਿਰ ਅਸੀਂ ਹੁਣ ਸਾਨੂੰ ਤਕਰੀਬਨ 1 ਸਾਲ 2 ਮਹੀਨੇ ਹੋ ਗਏ ਸ਼ੁਰੂ ਕੀਤੇ। ਯਾਨੀ ਪਹਿਲੇ ਕੰਮ ਸ਼ੁਰੂ ਕੀਤਾ ਹਾਂਜੀ। ਉਹ ਇਹ ਸੋਚ ਕੇ ਕੀਤਾ ਕਿ ਆਪਣਾ ਦੁੱਧ ਨਾਲ ਹੋਏਗਾ। ਹਾਂਜੀ। ਛੱਡਿਆ ਕਿਉਂ? ਛੱਡਿਆ ਕੋਈ ਮਜਬੂਰੀ ਥੋੜੀ ਜਿਹੀ। ਅੱਛਾ, ਜਦੋਂ ਛੱਡਿਆ ਦੁਬਾਰਾ ਫਿਰ ਕਿਉਂ ਸ਼ੁਰੂ ਕੀਤਾ? ਦੁਬਾਰਾ ਫਿਰ ਤਕਰੀਬਨ ਅਸੀਂ ਸਾਲ ਫਾਰਗ ਹੀ ਰਹੇ ਹਾਂ ਅੱਛਾ। ਤੇ ਦੁੱਧ ਦਾ ਕਾਰੋਬਾਰ ਅਸੀਂ ਫਿਰ ਪਹਿਲੇ ਵੀ ਥੋੜਾ ਛੱਡ ਛੜਿਆ ਸੀ, ਦੁੱਧ ਦਾ ਵੀ ਥੋੜੇ ਰਹਿ ਗਏ ਸੀ। ਫਿਰ ਅਸੀਂ ਦੁੱਧ ਦਾ ਵੀ ਨਾਲ ਸ਼ੁਰੂ ਕੀਤਾ, ਫਿਰ ਦੁਬਾਰਾ ਜ਼ਿਆਦਾ ਕਰ ਲਿਆ ਅੱਗੇ ਨਾਲੋਂ। ਤੇ ਫਿਰ ਤਾਂ ਅਸੀਂ ਡੰਗਰ ਵੀ ਆਪਣੇ ਕਿਹਾ ਕਿ ਹੁਣ ਆਪਣੇ ਹੀ ਖੜਨਾ ਕਰਨਾ ਸ਼ਹਿਰ ਸਾਰਾ ਦੁੱਧ। ਅੱਛਾ, ਮੈਨੇਜਮੈਂਟ ਬੜੀ ਅਹਿਮ ਚੀਜ਼ ਹੁੰਦੀ ਹੈ ਕਿਸੇ ਵੀ ਕੰਮ ਵਿੱਚ। ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ ਕਿ 2 ਬੰਦੇ ਤੁਸੀਂ ਦੱਸਿਆ ਤੁਸੀਂ ਤੁਸੀਂ ਵਾਲ ਸਾਹਿਬ ਨੇ ਕਿ ਨਾਲ ਤੁਸੀਂ ਜਾਨਵਰ ਨੂੰ ਸੰਭਾਲਣਾ ਵੀ ਹੈ, ਦੁੱਧ ਵੀ ਲੈ ਕੇ ਜਾਣਾ, 2 ਟਾਈਮ ਖੜਨਾ ਜਾਂ ਸਿਰਫ ਦਿਹਾੜੀ 'ਚ ਇੱਕ ਵਾਰੀ? ਦੁੱਧ 2 ਭਾਈ ਨੇ ਮੇਰੇ ਬੜੇ ਨੇ ਮੇਰੇ ਤੋਂ ਜੀ। ਦੁੱਧ ਉਹ ਖੜਦੇ ਨੇ ਸ਼ਹਿਰ, ਸਵੇਰ ਧਾਰਾਂ ਮੇਰੇ ਨਾਲੋਂ ਕਢਾ ਜਾਂਦੇ ਨੇ। ਸਹੀ ਹੈ। ਮੇਰਾ ਕੰਮ ਸਿਰਫ ਪੱਠੇ ਪਾਣਾ। 2 ਭਾਈ ਹੋਰ ਨੇ ਮੇਰੇ, ਉਹਨਾਂ ਨੇ ਮੈਨੂੰ ਪੱਠੇ ਲਿਆ ਦੇਣੇ ਨੇ। ਮੈਂ ਸਿਰਫ ਇਹਨਾਂ ਨੂੰ ਪਾਣੇ ਨੇ, ਪਾਣੀ ਡਾਣਾ ਤੇ ਇਹਨਾਂ ਨੂੰ ਸਾਂਭ ਕਰਨੀ ਹੈ। ਇੱਥੇ ਵੰਡਾ ਛੰਡਾ ਸਾਰਾ ਸਿਸਟਮ ਮੇਰਾ ਹੈ। ਟੋਟਲ ਅਸੀਂ ਮਾਸ਼ਾਅੱਲਾ 6 ਭਾਈ ਆ। ਤਕਰੀਬਨ ਸਾਰਿਆਂ ਨੇ ਆਪਣੀ ਥੋੜੀ ਥੋੜੀ ਡਿਊਟੀ ਦੇਣੀ, ਬਾਕੀ 24 ਘੰਟੇ ਇੱਥੇ ਮੈਂ ਹੀ ਹੁੰਦਾ। ਯਾਨੀ ਕਿ ਫਿਰ ਇਹਦਾ ਮਤਲਬ ਤਾਂ ਹੋਇਆ ਨਾ ਕਿ ਜਿਹੜੀ ਤੁਹਾਡੀ ਦੁੱਧ ਲੈ ਕੇ ਜਾਣ ਵਾਲੀ ਟੀਮ ਹੈ ਉਹ ਅਲੱਗ ਹੈ, ਹਾਂਜੀ। ਜਿਨ੍ਹਾਂ ਨੇ ਪੱਠੇ ਲੈ ਕੇ ਆਉਣੇ ਨੇ, ਯਾਨੀ ਮੈਨੇਜਮੈਂਟ ਜਿਹੜੀ ਉਹ ਮੈਟਰ ਕਰਦੀ ਹੈ। ਅੱਛਾ, ਹੁਣ ਇਹ ਦੱਸੋ ਕਿ ਤੁਸੀਂ ਦੁਬਾਰਾ ਜਦੋਂ ਕੰਮ ਸ਼ੁਰੂ ਕੀਤਾ ਹੈ ਜੀ, ਕਰੋਨਾ ਦੇ ਵਿੱਚ ਮਸਾਇਲ ਸਨ, ਕਰੋਨਾ ਨੇ ਤੰਗ ਕੀਤਾ ਲੋਕਾਂ ਨੂੰ, ਦੁੱਧ ਦੀ ਖਪਤ, ਦੁੱਧ ਦੀ ਡਿਮਾਂਡ ਕੈਸੀ ਰਹੀ? ਕਰੋਨਾ ਦੇ ਵਿੱਚ ਹੀ ਅਸੀਂ ਕੰਮ ਸ਼ੁਰੂ ਕੀਤਾ। ਯਾਨੀ ਦੁੱਧ ਦੀ ਡਿਮਾਂਡ ਵਧੀ? ਅਸੀਂ ਕਰੋਨਾ 'ਚ ਹੀ ਕੰਮ ਸ਼ੁਰੂ ਕੀਤਾ। ਕੁਝ ਲੋਕ ਤੇ ਅਸੀਂ ਇੰਟਰਵਿਊ ਕਰਨੇ ਡਿਫਰੈਂਟ ਜਗ੍ਹਾ ਤੇ ਜਾਂਦੇ ਹਾਂ, ਕੁਝ ਲੋਕਾਂ ਨੇ ਕਿਹਾ ਕਿ ਜੀ ਕਰੋਨਾ ਦੇ ਵਿੱਚ ਦੁੱਧ ਦੀ ਸਪਲਾਈ ਵੀ ਘਟ ਗਈ। ਜੀ, ਘਟੀ, ਬਿਲਕੁਲ ਘਟੀ ਜੀ। ਤਾਂ ਯਾਸਰ ਭਾਈ ਤੁਸੀਂ ਦੱਸ ਰਹੇ ਹੋ ਕਿ ਕਰੋਨਾ ਵਿੱਚ ਡਿਮਾਂਡ ਵਧੀ ਹੈ ਤੇ ਜਿਹੜੇ ਲੋਕ ਕਹਿੰਦੇ ਨੇ ਕਿ ਡਿਮਾਂਡ ਘਟ ਗਈ, ਉਹ ਕੀ ਮਤਲਬ ਉਹਨਾਂ ਦਾ? ਫਿਰ ਭਾਈ ਉਹ ਲੋਕ ਪਤਾ ਨਹੀਂ ਫਿਰ ਕਿੰਨਾ ਦੁੱਧ ਦਿੰਦੇ ਨੇ। ਸਾਡੇ ਦੁੱਧ ਮਾਸ਼ਾਅੱਲਾ ਸਹੀ ਦਿੰਦੇ ਆ ਅਸੀਂ, ਤੇ ਸਾਡੀ ਮੰਗ ਜ਼ਿਆਦਾ, ਦੁੱਧ ਦੀ ਬਹੁਤ ਜ਼ਿਆਦਾ ਮੰਗ ਸ਼ਹਿਰ। ਅਸੀਂ ਸਾਡਾ ਕੰਮ ਨਹੀਂ ਘਟਿਆ ਕਰੋਨਾ 'ਚ ਵੀ, ਸਾਡਾ ਮਾਸ਼ਾਅੱਲਾ ਠੀਕ ਹੀ ਰਿਹਾ ਕੰਮ ਕਰੋਨਾ 'ਚ ਵੀ। ਔਰ ਤੁਹਾਡੇ ਮਤਲਬ ਸਾਲਾਂ ਸਾਲ ਤੋਂ ਗਾਹਕ ਲੱਗੇ ਨੇ? ਤਕਰੀਬਨ 30-35 ਸਾਲ ਤੋਂ ਸਾਡੇ ਬਾਬਾ ਪਹਿਲੇ ਦੁੱਧ ਦੇ ਕੇ ਲੈ ਕੇ ਜਾਂਦੇ ਸੀ ਸ਼ਹਿਰ, ਤੇ ਉਹਨਾਂ ਦੇ ਗਾਹਕ ਲੱਗੇ ਨੇ। ਅੱਗੋਂ ਉਹਨਾਂ ਗਾਹਕਾਂ ਦੇ ਰਿਲੇਟਿਵ ਨੇ ਨਾ, ਉਹ ਅੱਗੋਂ ਮਜ਼ੀਦ ਸਾਡਾ ਕੰਮ ਵੱਧ ਗਿਆ। ਠੀਕ ਹੋ ਗਿਆ, ਜ਼ਬਰਦਸਤ। ਅੱਛਾ, ਹੁਣ ਇਹ ਦੱਸੋ ਕਿ ਤੁਹਾਡਾ ਕੰਮ ਹੈ ਸਿਰਫ ਇਹਨਾਂ ਨੂੰ ਮੈਨੇਜ ਕਰਨਾ। ਜੀ। ਮੈਕਸਿਮਮ ਤੁਸੀਂ ਚੂੰਕਿ ਕਾਫੀ ਪੁਰਾਣਾ ਇਸ ਕੰਮ ਨੂੰ ਜਾਣਦੇ ਹੋ, ਜਦੋਂ ਤੁਸੀਂ ਜਾਨਵਰ ਖਰੀਦੇ ਤੇ ਕਿਹੜੀ ਨਸਲ ਨੂੰ ਪ੍ਰੈਫਰ ਦਿੱਤੀ? ਅਸੀਂ ਜ਼ਿਆਦਾ ਚੀਚਾ ਵਤਨ ਦੀ ਮੰਡੀ ਤੇ ਉਕਾੜੇ ਦੀ ਮੰਡੀ 'ਚ ਮਈਆਂ ਲਿਆਂਦੀਆਂ ਨੇ। ਆਪ ਹੀ ਜਾ ਕੇ? ਆਪ ਹੀ ਜਾ ਕੇ। ਠੀਕ ਹੈ। ਆਪ ਹੀ ਤੋਂ ਮੁਰਾਦ ਕੇ ਤੁਹਾਡੇ ਵਾਲਾ ਸਾਹਿਬ ਗਏ? ਜੀ, ਵਾਲਾ ਸਾਹਿਬ ਉਹਨਾਂ ਨੂੰ ਤਾਂ ਜ਼ਾਹਿਰ ਪਹਿਚਾਣ ਹੋਏਗੀ। ਤੇ ਜਿਹੜੇ ਤੁਸੀਂ ਉਦੋਂ ਨੂੰ ਡੰਗਰ ਲੈ ਕੇ ਆਏ ਹੋ, ਜਾਨਵਰ ਲੈ ਕੇ ਆਏ, ਉਹ ਕੋਈ ਫੇਲ ਚੀਜ਼ ਤਾਂ ਨਹੀਂ ਵਿੱਚੋਂ ਨਿਕਲੀ? ਨਹੀਂ, ਕੋਈ ਫੇਲ ਚੀਜ਼ ਨਹੀਂ। ਜਿਹੜੇ ਉਕਾੜੇ ਦੇ ਡੰਗਰ ਨੇ ਨਾ, ਉਹ ਸਭ ਤੋਂ ਅੱਛੇ ਡੰਗਰ ਨੇ ਦੁੱਧ ਦੇ ਮਿਆਰ 'ਚ। ਅੱਛਾ, ਬਹੁਤ ਅੱਛੇ ਡੰਗਰ ਨੇ। ਤੁਹਾਡਾ ਇੰਟਰਵਿਊ ਬਹੁਤ ਸਾਰੇ ਲੋਕ ਸੁਣ ਰਹੇ ਨੇ ਜਿਹੜੇ ਬਾਹਰ ਵੀ ਬੈਠੇ ਨੇ, ਪਾਕਿਸਤਾਨ 'ਚ ਵੀ ਬੈਠੇ ਨੇ। ਇਹ ਦੱਸੋ ਕਿ ਜ਼ਿਆਦਾ ਫਾਇਦਾ ਕਿਹਦੇ ਵਿੱਚ ਹੈ? ਡੰਗਰ ਪਾਲ ਕੇ ਦੁੱਧ ਦੋਧੀ ਨੂੰ ਦੇਣਾ
ਜਾਂ ਫਿਰ ਆਪ ਹੀ ਲੈ ਕੇ ਜਾਣਾ? ਦੁੱਧ ਆਪ ਹੀ ਲੈ ਕੇ ਜਾਣਾ ਇਹਦੇ ਵਿੱਚ ਜ਼ਿਆਦਾ ਫਾਇਦਾ ਜੀ। ਤੇ ਉਹਦੇ ਵਿੱਚ ਫਿਰ ਮੈਨ ਪਾਵਰ ਵੀ ਜ਼ਿਆਦਾ ਚਾਹੀਦੀ ਹੈ ਜੀ, ਜ਼ਿਆਦਾ ਚਾਹੀਦੀ। ਠੀਕ ਹੈ। ਤੇ ਅਗਰ ਟੀਮ ਤੁਹਾਡੇ ਕੋਲ ਆਵੇ ਤੇ ਫਿਰ ਇਹ ਕੰਮ ਕੀਤਾ ਜਾਏ ਜੀ। ਫਿਰ ਅਗਰ ਨਹੀਂ ਤੇ ਫਿਰ ਨਹੀਂ ਕਰਨਾ ਚਾਹੀਦਾ, ਬਹੁਤ ਮੁਸ਼ਕਲ ਹੈ ਫਿਰ। ਅੱਛਾ। ਇਕੱਲੇ ਬੰਦੇ ਵਾਸਤੇ ਤਾਂ ਮੁਸ਼ਕਲ ਹੈ, ਮੁਲਾਜ਼ਮ ਖਲੋਂਦੇ ਨਹੀਂ ਹੈ, ਮੁਲਾਜ਼ਮ ਨਾਸੀ ਜਾਂਦੇ ਨੇ, ਠੀਕ 2 ਹੈ। ਮਹੀਨੇ 3 ਮਹੀਨੇ ਖਲੋਣਗੇ ਨਾਸੀ ਜਾਂਦੇ। ਯਾਨੀ ਕਿ ਇਹ ਇੱਕ ਮਿਥ ਬਣ ਗਈ ਹੈ ਕਿ ਅਗਰ ਕੰਮ ਕਰਨਾ ਹੈ ਤੇ ਆਪ ਹੀ ਕਰਨਾ ਹੈ ਜੀ, ਨਹੀਂ ਤੇ ਫਿਰ ਕਿਸੇ ਤੇ ਤੁਸੀਂ ਡਿਪੈਂਡ ਨਹੀਂ ਕਰ ਸਕਦੇ। ਅਗਰ ਤੁਸੀਂ 3-4 ਜਣੇ ਹੋ ਤੇ ਫਿਰ ਤੁਹਾਡੇ ਕੋਲ ਮੁਲਾਜ਼ਮ ਅਗਰ 1-2 3 ਹੈ ਨਹੀਂ, ਵਿੱਚੋਂ 1-2 ਨਸ ਵੀ ਹੈ, ਤੁਹਾਨੂੰ ਮੁਸ਼ਕਲ ਕੋਈ ਨਾ ਹੋਏ। ਇਸ ਟਾਈਮ ਤੁਹਾਡੇ ਕੋਲ ਕੋਈ ਮੁਲਾਜ਼ਮ ਹੈ? ਕੋਈ ਮੁਲਾਜ਼ਮ ਨਹੀਂ। ਠੀਕ ਹੈ, ਆਪ ਹੀ ਤੁਸੀਂ ਮੈਨੇਜ ਆਪ ਹੀ ਕਰਦੇ ਹੋ। ਤੁਹਾਨੂੰ ਦੱਸਿਆ ਕਿ ਵੱਡੇ ਭਾਈ ਜਿਹੜੇ ਨੇ ਉਹ ਪੱਠੇ ਲੈ ਆਉਂਦੇ ਨੇ, ਮੈਂ ਸਿਰਫ ਉਹਨਾਂ ਨੂੰ ਮੈਨੇਜ ਕਰਨਾ। ਮੈਕਸਿਮਮ ਇੱਕ ਮੱਝ ਤੁਹਾਡੇ ਕਿੰਨਾ ਕੁ ਦੁੱਧ ਦਿੰਦੀ ਹੈ ਵੀ ਜਿਹੜੀ ਚੰਗੀ ਤੋਂ ਚੰਗੀ ਮੱਝ? ਚੰਗੀ ਮੱਝ 16-17 ਲੀਟਰ ਦੁੱਧ ਦਿੰਦੀ ਹੈ ਸਾਡੇ ਕੋਲ। ਔਨ ਦਾ ਰਿਕਾਰਡ ਹੈ? ਹਾਂ ਜੀ, ਰਿਕਾਰਡ। ਲੋਕ 20-25 ਦਾ ਵੀ ਦਾਵਾ ਕਰਦੇ ਨੇ ਕਿ ਤੁਸੀਂ ਤੇ 30 ਸਾਲ ਤੋਂ ਕੰਮ ਕਰਦੇ ਪਏ। ਲੈ ਲੋਕਾਂ ਕੋਲ ਨਸਲਾਂ ਹੈ ਨੇ, ਜਿਹੜੀ ਨਸਲਾਂ ਨੇ ਉਹ ਦਿੰਦੀਆਂ ਦੁੱਧ 25 ਲੀਟਰ ਵੀ ਦਿੰਦੀਆਂ, 30 ਲੀਟਰ ਵੀ ਦਿੰਦੀਆਂ ਨੇ, ਲੇਕਿਨ ਸਾਡੇ ਇਸ ਇਲਾਕੇ ਦੇ ਵਿੱਚ ਮੈਕਸਿਮਮ ਹੈ ਹੀ ਹੈ 19 ਕਿਲੋ 20 ਲੀਟਰ, ਬਸ ਐਨੇ। ਠੀਕ ਹੈ। ਤੇ ਐਨੇ ਜਿਹੜੇ ਤੁਹਾਡੇ ਇਸ ਟਾਈਮ ਜਾਨਵਰ ਨੇ ਸਾਰੀਆਂ ਲਹਿਰੀਆਂ ਨੇ ਜਾਂ ਵਿੱਚ ਕੁਝ ਖਾਂਗਣੀਆਂ ਨੇ ਜਾਂ ਬਣਨ ਵਾਲੀਆਂ ਨਵੀਆਂ? ਨਹੀਂ, ਤਕਰੀਬਨ 5-6 ਲੈ ਰਹੀਆਂ ਨੇ ਜੀ। ਕੋਈ 3-4 ਵਿੱਚ ਖਾਂਗਣੀਆਂ ਨੇ ਤੇ ਕੋਈ 2-3 ਵਿੱਚ ਸੂਣਾਣੀ ਵੀ ਹਨ। ਤੇ ਇਸ ਟਾਈਮ ਤੁਹਾਡਾ ਦੁੱਧ ਡੇਰੇ ਦਾ ਕਿੰਨਾ ਹੋ ਰਿਹਾ? ਤਕਰੀਬਨ 82 ਕਿਲੋ 83 ਕਿਲੋ ਐਨਾ ਹੋ ਰਿਹਾ ਦੋ ਟਾਈਮਾਂ। ਠੀਕ ਹੈ। ਔਰ ਇਹ ਸਾਰਾ ਤੁਸੀਂ ਸ਼ਹਿਰ ਹੀ? ਜੀ। ਅੱਛਾ, ਤੁਸੀਂ ਵਿੱਚ ਗਾਈਆਂ ਵੀ ਕੁਝ ਰੱਖੀਆਂ ਨੇ ਕਿ ਨਹੀਂ? ਜੀ, ਗਾਈਆਂ ਹੁਣ ਲਈਆਂ ਨੇ, 2 ਗਾਈਆਂ ਨੇ ਸਾਡੇ ਕੋਲ। ਕੀ ਵਜ੍ਹਾ ਹੈ ਮੱਝਾਂ ਦੇ ਨਾਲ ਗਾਵਾਂ? ਗਾਂ ਦੇ ਕਿਤੇ ਸਸਤੀ, ਮੱਝ ਨਾਲੋਂ ਸਸਤੀ, ਦੁੱਧ ਐਨ ਮੱਝ ਨੂੰ ਬਹੁਤਾ ਦੇਣਾ, ਲੇਕਿਨ ਉਹਦੀ ਐਨੀ ਡਿਮਾਂਡ ਨਹੀਂ ਦੁੱਧ ਦੀ। ਮੱਝ ਦੁੱਧ ਦੇ ਵਿੱਚ 10 ਮਈਆਂ ਨੇ ਮਾਸ਼ਾਅੱਲਾ ਸਾਡੇ ਕੋਲ, ਤੇ ਵਿੱਚ 2 ਗਾਈਆਂ ਦਾ ਦੁੱਧ ਚੱਲ ਜਾਂਦਾ ਜੀ। ਠੀਕ ਹੋ ਗਿਆ। ਤੇ ਜੇ ਨਿਰਾ ਗਾਈਆਂ ਦਾ ਹੈ ਤਾਂ ਉਹ ਨਹੀਂ ਵਿਕਦਾ। ਚਲ ਇਹ ਵੀ ਜ਼ਰਾ ਸਕੀਮ ਸਾਡੇ ਨਾਜ਼ਰੀਨ ਨੂੰ ਦੱਸਿਓ ਕਿ ਅਗਰ ਤੁਸੀਂ ਦੁੱਧ ਦਾ ਹੀ ਕਾਰੋਬਾਰ ਕਰਨਾ ਹੈ, ਔਰ ਓਬਵੀਅਸਲੀ ਜੇ ਦੁੱਧ ਦਾ ਹੀ ਹੁੰਦਾ ਕੁਝ ਬਹੁਤ ਘੱਟ ਲੋਕ ਨੇ ਗੋਸ਼ਤ ਦਾ ਕਰਦੇ ਨੇ, ਜਾਂ ਬਹੁਤ ਘੱਟ ਲੋਕ ਨੇ ਜਿਹੜੇ ਵਪਾਰ ਦਾ ਕਰਦੇ ਨੇ ਕਿ ਖਾਂਗੜੀਆਂ ਲਿਆ ਕੇ ਬਣਾ ਕੇ ਵੇਚਣਾ, ਮੋਸਟਲੀ ਦੁੱਧ ਦਾ ਹੀ ਹੁੰਦਾ। ਤੇ ਅਗਰ ਇੱਕ ਬੰਦਾ 10 ਮੱਝਾਂ ਰੱਖਦਾ ਜੀ, ਉਹ ਕਿੰਨੀਆਂ ਕੁ ਨਾਲ ਗਾਵਾਂ ਰੱਖੇ ਤਾਂ ਕੰਮ ਚੱਲ ਜਾਏਗਾ? 10 ਮੱਝਾਂ ਦੇ ਨਾਲ 2 ਗਾਈਆਂ ਹੋਣੀਆਂ ਚਾਹੀਦੀਆਂ। ਠੀਕ ਹੈ, ਯਾਨੀ ਉਹਨਾਂ 2 ਗਾਈਆਂ ਦਾ ਦੁੱਧ ਵਿੱਚ ਈਜ਼ੀਲੀ ਖਪਤ ਹੋ ਜਾਏਗਾ, ਐਡਜਸਟ ਹੋ ਜਾਏਗਾ ਵਿੱਚ। ਠੀਕ ਹੋ ਗਿਆ। ਕੋਈ ਐਸੀ ਖਾਸ ਗੱਲ ਜਿਹੜੀ ਤੁਹਾਡੇ ਤਜਰਬੇ 'ਚ ਆਈ ਹੋਏ ਇਸ ਕੰਮ ਦੇ ਬਾਰੇ 'ਚ ਨਾਜ਼ਰੀਨ ਨੂੰ ਦੱਸਣਾ ਚਾਹੋ, ਜਿਹੜੀ ਅਸੀਂ ਨਾ ਜਾਣਦੇ ਹੋਈਏ ਪਹਿਲੇ, ਕਿ ਯਾਰ ਇਹ ਕੰਮ ਕਰਨਾ ਹੈ ਤੇ ਕਿਸ ਤਰ੍ਹਾਂ ਕਰਨਾ ਹੈ? ਅਗਰ ਤੁਸੀਂ ਇਸ ਕੰਮ ਦੇ ਵਿੱਚ ਕਾਮਯਾਬ ਹੋਣਾ ਤੇ ਇਹ ਮੇਰੀ ਗੱਲ ਯਾਦ ਰੱਖਿਓ। ਇਸ ਕੰਮ ਦੇ ਵਿੱਚ ਸਭ ਤੋਂ ਬੇਸਿਕ ਗੱਲ ਹੈ ਕਿ ਅਗਰ ਤੁਸੀਂ ਦੁੱਧ ਖੜਦੇ ਹੋ ਇੱਕ ਹਿਸਾਬ ਦਾ, ਤੁਹਾਡਾ ਸਵੇਰ ਦਾ ਦੁੱਧ 40 ਕਿਲੋ ਜੀ, ਤੇ ਸ਼ਾਮ ਦਾ ਵੀ ਤਕਰੀਬਨ ਤੁਹਾਡਾ 35 ਕਿਲੋ 40 ਕਿਲੋ। ਜਿਹੜੇ ਤੁਸੀਂ ਸਵੇਰ ਦੇ ਸ਼ਾਮ ਦੇ ਦੁੱਧ ਦੇ ਪੈਸੇ ਨੇ ਨਾ, ਉਹ ਸਿਰਫ ਮੱਝਾਂ ਦੇ ਖਰਚੋ ਤੁਸੀਂ ਆਪਣੀਆਂ ਦੇ ਸਾਰੇ ਜਿੰਨੇ ਵੀ ਹੈ ਨੇ, ਉਹਨਾਂ ਦੀ ਤਕਰੀਬਨ ਹਰ ਚੀਜ਼ ਮੇਨਟੇਨੈਂਸ ਜਿੰਨੀ ਵੀ ਹੈ ਨਾ, ਤਕਰੀਬਨ ਉਹਨਾਂ ਦੇ ਖਰਚ ਛੱਡੋ ਸਾਰੇ ਪੈਸੇ ਜਿਹੜੇ ਸ਼ਾਮ ਦੇ ਨੇ। ਸਵੇਰ ਦੇ ਪੈਸੇ ਨੂੰ ਤੁਸੀਂ ਆਪਣੇ ਸਾਈਡ ਤੇ ਰੱਖੋ, ਆਪਣੇ ਕਾਰੋਬਾਰ ਨੂੰ ਪ੍ਰੋਫਿਟ ਦਿਓ ਜੀ। ਠੀਕ ਹੋ ਗਿਆ। ਯਾਨੀ ਅਸੀਂ ਅਲਹਮਦੁਲਿਲਾ ਪੂਰੇ ਪੰਜਾਬ ਪਾਕਿਸਤਾਨ ਚੱਕਰ ਲਗਾਉਂਦੇ ਹਾਂ, ਔਰ ਇਹ ਵਾਕਈ ਅਸੀਂ ਗੱਲ ਸੁਣੀ ਹੈ ਕਿ ਮੱਝਾਂ ਦੇ ਕੰਮ ਵਿੱਚ ਅੱਧੋ ਵੱਧ ਫਾਇਦਾ ਹੁੰਦਾ ਹੈ। ਕੋਈ ਬੰਦਾ ਵੀ ਜਿਹੜਾ ਕਹਿੰਦਾ ਜੀ ਸਿਰ ਤੇ ਬਾਂਹ ਰੱਖ ਕੇ ਰੋਂਦਾ ਹੈ ਕਿ ਮੈਨੂੰ ਨੁਕਸਾਨ ਹੋ ਗਿਆ, ਉਹਦੀ ਗੱਲ ਵਿੱਚ ਹਕੀਕਤ ਨਹੀਂ, ਉਹਦੇ ਵਿੱਚ ਹੋਰ ਬੇਸ਼ੁਮਾਰ ਰੀਜ਼ਨਸ ਹੋ ਸਕਦੇ ਨੇ। ਠੀਕ ਹੋ ਗਿਆ ਯਾਸਰ ਭਾਈ, ਬਹੁਤ ਸ਼ੁਕਰੀਆ, ਜਜ਼ਾਕੱਲਾ ਜੀ, अस्सलाम वालेकुम। वालेकुम।